मैं कोई 6-7 साल ਦਾ ਹੈਗਾ ਸਾਂ ਜਦੋਂ ਅੰਮ੍ਰਿਤਸਰ ਕੰਮ ਕਰ ਰਹੇ ਸਾਂ। 2 ਰੁਪਏ ਮਹੀਨਾ ਤਨਖਾਹ ਮੇਰੀ ਲੱਗੀ ਸੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਇੱਕ ਆਨਾ ਦੇ ਦਿਆ ਕਰੋ। ਉਹਨੇ ਕਿਹਾ ਜਿੱਥੇ ਆਨਾ ਮਿਲਦਾ ਉੱਥੇ ਚਲਾ ਜਾ। ਇਹ ਤੁਸੀਂ ਅੰਮ੍ਰਿਤਸਰ ਸ਼ਹਿਰ 'ਚ ਰਹਿੰਦੇ ਸੀ ਜਾਂ ਪਿੰਡ 'ਚ ਰਹਿੰਦੇ ਸੀ? ਇੱਕ ਪਾਸੇ ਪਿੰਡ ਸੀ, ਇੱਕ ਪਾਸੇ ਸ਼ਹਿਰ ਸੀ। ਕਹਿੰਦਾ ਵੀ ਇੱਥੇ ਹਿੰਦੂਆਂ ਦੀ ਮੁਸਲਮਾਨਾਂ ਦੀ ਲੜਾਈ ਹੋਣ ਲੱਗੀ ਆ। ਸਿੱਖ ਸਾਡੇ ਮੁਹੱਲੇ 'ਚ ਵੀ ਆਉਣ ਲੱਗੇ ਹਮਲਾ ਕਰਨ ਵਾਸਤੇ। ਮੁਹੱਲੇ ਦੇ ਮੁੰਡੇ ਅਸੀਂ 128 ਮੁੰਡੇ ਸਾਡੇ ਮੁਸਲਮਾਨਾਂ ਦੇ। ਪਾਕਿਸਤਾਨ ਕਿਸ ਤਰ੍ਹਾਂ ਪਹੁੰਚੇ ਤੇ ਕਿਹੜੀ ਜਗ੍ਹਾ ਤੇ ਪਹਿਲੇ ਆਏ? ਅਸੀਂ ਸੁਬਾਹ ਕੋਈ 10 ਵਜੇ 11 ਵਜੇ ਘਰੋਂ ਨਿਕਲੇ ਆ। ਚੱਲਦੇ ਘੰਟਾ 1.5 ਘੰਟਾ ਪੈਦਲ ਦਾ ਰਸਤਾ ਹੈਗਾ ਸੀ। ਅਸੀਂ ਆਣ ਕੇ ਦੀਵਾਰ ਟੱਪੀ ਆ, ਗੱਡਾਂ ਲੱਗੀਆਂ ਸੀ ਵੱਡੀਆਂ ਵੱਡੀਆਂ। ਉਹਨਾਂ ਉੱਤੇ ਮੁਸਲਮਾਨ ਮੁੰਡੇ ਖਲੋਤੇ ਸੀ, ਜਵਾਨ। ਕੰਮ ਬਹੁਤ ਹੈ, ਮਗਰ ਹੁਣ ਬੁੱਢਾ ਹੋ ਗਿਆ। ਮਾਲਕਾਂ ਨੇ ਜਵਾਬ ਦੇ ਦਿੱਤਾ ਕਿ ਤੁਸੀਂ ਬੁੱਢੇ ਹੋ ਗਏ ਹੋ, ਹੁਣ ਤੁਸੀਂ ਕੰਮ ਨਹੀਂ ਕਰ ਸਕਦੇ। ਦੌੜ ਤੇ ਅਯੂਬ ਖਾਨ ਦਾ ਅੱਛਾ ਲੱਗਾ ਮੈਨੂੰ। ਅੱਛਾ ਜੀ। ਬਸ ਉਸ ਤੋਂ ਬਾਅਦ ਸਭ ਚੋਰ ਆਏ ਨੇ। ਠੀਕ ਹੈ। बिस्मिल्लाहिर्रहमानिर्रहीम। आज हम हैं हाजी मोहम्मद मुश्ताक साहब के पास। ये लाहौर में रहते हैं। हरबरपुरा के साथ एक छोटी सी आबादी है कलंदरपुरा, वहाँ पे इनकी रहाइश है। पाकिस्तान कब आए, कैसे आए, वहाँ पे कहाँ पे रहते थे, ये सारा पूछते हैं हाजी मोहम्मद मुश्ताक साहब से। और साथ ये भी पूछेंगे कि पाकिस्तान में आके इन्होंने क्या कुछ किया, वहाँ पे क्या करते रहे थे। इनके इंटरव्यू का मकसद ये है कि बच्चों को बताया जाए, नौजवान नस्ल को बताया जाए कि उनके जो बड़े हैं उन्होंने किस तरह से पाकिस्तान बनाया, पाकिस्तान में आए, किस तरह से मेहनत की उन्होंने। हाजी मोहम्मद मुश्ताक साहब से ये भी पूछते हैं कि इनकी उम्र क्या है और इनका पूरा नाम क्या है। जनाब चौधरी साहब। मेरा नाम हाजी मोहम्मद मुश्ताक। मैं कोई 6-7 साल ਦਾ ਹੈਗਾ ਸਾਂ ਜਦੋਂ ਅੰਮ੍ਰਿਤਸਰ ਕੰਮ ਕਰ ਰਹੇ ਸਾਂ। 2 ਰੁਪਏ ਮਹੀਨਾ ਤਨਖਾਹ ਮੇਰੀ ਲੱਗੀ ਸੀ। ਕੰਮ ਕੀ ਕਰਦੇ ਸੀ? ਦਫ਼ਤਰ ਬੁੱਕ ਵੈਂਡਰ। ਅੱਛਾ ਜੀ। ਬੁੱਕ ਵੈਂਡਰ। ਠੀਕ ਹੈ। ਛੋਟਾ ਜਿਹਾ ਮੈਂ ਬੱਚਾ ਸਾਂ ਉਦੋਂ। ਤੇ ਉਸ ਤੋਂ ਬਾਅਦ ਮੈਂ ਆਪਣੇ ਉਸਤਾਦ ਨੂੰ ਕਿਹਾ, ਉਹ ਮੈਨੂੰ 2 ਪੈਸੇ ਰੋਜ਼ ਦੇ ਦਿੰਦਾ ਸੀ। ਠੀਕ ਹੈ। ਮੈਂ ਉਹਨੂੰ ਕਿਹਾ, ਮੈਂ ਕਿਹਾ ਇੱਕ ਆਨਾ ਦੇ ਦਿਆ ਕਰੋ। ਠੀਕ ਹੈ। ਉਹਨੇ ਕਿਹਾ ਜਿੱਥੇ ਆਨਾ ਮਿਲਦਾ ਉੱਥੇ ਚਲਾ ਜਾ। ठीक है। मैं घर आके माँ बाप ने बताया कि वो मुझे ये कहता है कि जहाँ आना मिलता है वहाँ चला जाओ। ठीक है। वाले साहब मेरे जिंदा सी और कहने सुबह काम पे नहीं जाना। मेरा एक बेटा बना हुआ है, उसके पास ले जाऊँगा। ठीक है। लो जी, वो मैनू ਉਹਦੇ ਕੋਲ ਲੈ ਕੇ ਗਿਆ। ਉਹਨੇ ਮੈਨੂੰ ਇੱਕ ਆਨਾ ਰੋਜ਼ ਦਾ 5 ਰੁਪਏ ਮੇਰਾ ਮਹੀਨਾ ਲਾਤਾ जी। ठीक है। मैं बड़ा खुश हो गया। करदे कोई 1-2 साल लंघ गए। मेरी 15 रुपए तनख्वाह हो गई और मैं कोई 11 साल लगा, 11-12 साल बुक बाइंडरी करते थे? बुक बैटरी। अच्छा। मेरे उस्ताद को उस्ताद सी, वो वेचते सी पिलसना, कलमां, दुआतां, कापियां, रजिस्टर वेचते सी। उन्होंने कहा कि जा कमर नूं बुला के लिया। उन्हें बंदा भेजिया। बंदा आया, कहना जी कमर साहब जी तुहानूं उस्ताद भी बुला रहे हैं जी। तो चलो गए ने उन्होंने कोल। हाँ जी उस्ताद जी की गल खैर? नहीं, उदों तुहाडा नाम कमर भी सीगा? नहीं, मेरा उस्ताद का नाम कमर सी। अच्छा ठीक है। वो मैंने लै गए। वो गया उस्ताद कोल, कहता भी इत्थे हिंदुआं दी मुसलमानां दी लड़ाई होण लगी है तो तुसीं अपने बंदियां नूं फटाफट छुट्टी करके चले जाओ घरों। आया उस्ताद साडा, कहना चलो भी छुट्टी करो। उस वे कोई 2-2:30 का टाइम सी। इसलिए ਅਸੀਂ ਆਏ ਘਰਾਂ 'ਚ। ਉੱਥੇ ਸਿੱਖਾਂ ਦੀਆਂ ਦੁਕਾਨਾਂ ਗਏ ਤਲਵਾਰਾਂ ਦੀਆਂ। ਠੀਕ ਹੈ। ਤਲਵਾਰਾਂ ਦੀਆਂ, ਨੇਰੇ, ਕਿਰਪਾਨਾਂ, ਛੁਰੀਆਂ, ਚਾਕੂ। ਉਹਨਾਂ ਨੇ ਕਿ ਤਲਵਾਰ ਸਾਰੀਆਂ ਦੁਕਾਨਾਂ 'ਤੇ ਸੁੱਟ ਦਿੱਤੀਆਂ। ਅਸੀਂ ਘਰਾਂ 'ਚ ਆਏ ਹਾਂ ਕਿ ਸ਼ਾਮ ਨੂੰ ਆਪਣਾ ਸਿੱਖਾਂ ਨੇ ਹਮਲੇ ਕਰ ਦਿੱਤੇ। ਸਿੱਖਾਂ ਨੇ ਹਮਲੇ ਕੀਤੇ ਨੇ ਜੀ। ਕਤਲੇਆਮ ਸ਼ੁਰੂ ਹੋ ਗਈ। ਹਾਂਜੀ। ਅਸੀਂ ਘਰਾਂ ਹੀ ਬਹਿ ਗਏ। ਉਸਤਾਦ ਸਾਡੇ ਨੇ ਉੱਥੋਂ ਉਜ਼ਾਰ ਚੁੱਕ ਕੇ ਤੇ ਆਪਣੇ ਮਹੱਲੇ 'ਚ ਲੈਣ ਤੇ। अच्छा जी। ਉੱਥੇ ਵੀ ਇੱਥੇ ਕੋਈ ਮਹੀਨਾ 1.5 ਮਹੀਨਾ ਕੰਮ ਕੀਤਾ। हाँ जी। ਕਤਲੇਆਮ ਜ਼ਿਆਦਾ ਸ਼ੁਰੂ ਹੋ ਗਈ। ਘਰਾਂ ਹੀ ਬਹਿ ਗਏ। ਫਿਰ ਕੰਮਕਾਰ ਕੋਈ ਨਾ ਰਿਹਾ। ठीक है। ਉਸ ਤੋਂ ਬਾਅਦ ਫਿਰ
ਸਿੱਖ ਸਾਡੇ ਮੁਹੱਲੇ 'ਚ ਵੀ ਆਉਣ ਲੱਗੇ ਹਮਲਾ ਕਰਨ ਵਾਸਤੇ। ਮੁਹੱਲੇ ਦੇ ਮੁੰਡੇ ਸੀ 128 ਮੁੰਡੇ ਸਾਡੇ ਮੁਸਲਮਾਨਾਂ ਦੇ। ਅੱਛਾ ਜੀ। ਇਹ ਤੁਸੀਂ ਅੰਮ੍ਰਿਤਸਰ ਸ਼ਹਿਰ 'ਚ ਰਹਿੰਦੇ ਸੀ ਜਾਂ ਪਿੰਡ 'ਚ ਰਹਿੰਦੇ ਸੀ? ਇੱਕ ਪਾਸੇ ਪਿੰਡ ਸੀ, ਇੱਕ ਪਾਸੇ ਸ਼ਹਿਰ ਸੀ। ਠੀਕ ਹੈ। ਯਾਨੀ ਕਿ ਸਾਡੇ ਪੈਲੀਆਂ ਦੇ ਨੁੱਕਰ ਦੇ ਮਕਾਨ ਹੈਗੇ ਸੀ। ਠੀਕ ਹੈ। ਅਸੀਂ ਉੱਥੇ ਰਹਿੰਦੇ ਸਾਂ। ਇਸ ਪਾਸੇ ਪੈਲੀਆਂ ਸੀ, ਘਾਹ ਉਗਦਾ ਸੀ, ਕਣਕਾਂ ਵਗੈਰਾ ਸਬਜ਼ੀਆਂ ਵਗੈਰਾ ਉਗਦੀਆਂ ਸੀ। ਉੱਧਰੋਂ ਆਉਣਾ ਜਾਣਾ ਵੀ ਹੈਗਾ ਸੀ। ਮਾਮੂਖੀ ਭਲਵਾਨ ਸਾਡੇ ਮਹੱਲੇ ਦੇ ਹੈਗੇ ਸੀ। ਠੀਕ ਹੈ। ਇਹ ਭਲਵਾਨ ਜਿਹੜੇ ਅੱਜ ਕੱਲ੍ਹ ਬਣੇ ਨੇ। ਹਾਂਜੀ। ਰਾਤ ਦੇ 6 ਵਜੇ ਤੋਂ ਲੈ ਕੇ ਨਾ 9 ਵਜੇ ਤੱਕ ਹਿੰਦੁਸਤਾਨ ਪਾਕਿਸਤਾਨ ਜਿਹੜਾ ਬਣਨਾ ਸੀ ਨਾ, ਸਰਹੱਦ ਬਿਆਸਾ ਦਰਿਆ ਹੈਗੀ ਸੀ, ਉੱਥੇ ਸਰਹੱਦ ਬਣਨੀ ਸੀ। 2 ਦਫਾ ਪਾਕਿਸਤਾਨ ਦੇ ਵਿੱਚ ਅੰਮ੍ਰਿਤਸਰ ਆਇਆ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਸਾਰੇ ਪਿੰਡ, ਪੰਜਾਬ ਦਾ ਜਿੰਨਾ ਇਲਾਕਾ ਸਾਰਾ ਪਾਕਿਸਤਾਨ 'ਚ ਹੈਗਾ ਸੀ। ਹਿੰਦੂ ਸਿੱਖ ਅਮੀਰ ਆਦਮੀ ਸੀ, ਉਹਨਾਂ ਨੇ ਪੈਸਾ ਦੇ ਦਿੱਤਾ ਅੰਗਰੇਜ਼ਾਂ ਨੂੰ ਕਿ ਸਾਨੂੰ ਇਹ ਸਭ ਹੋਰ ਦਿਓ। ਹਾਂਜੀ, ਚਲੋ ਤੁਸੀਂ ਇਹ ਹੁਣ ਦੱਸੋ ਕਿ ਉੱਥੋਂ ਤੁਸੀਂ ਕਿਸ ਤਰ੍ਹਾਂ ਨਿਕਲੇ ਸਾਰੇ, ਤੇ ਪਾਕਿਸਤਾਨ ਕਿਸ ਤਰ੍ਹਾਂ ਪਹੁੰਚੇ, ਤੇ ਕਿਹੜੀ ਜਗ੍ਹਾ ਤੇ ਪਹਿਲੇ ਆਏ? ਅਸੀਂ ਜਿਸਲੇ ਆਏ ਹਾਂ ਨਾ, ਉੱਥੋਂ ਸਟੇਸ਼ਨ ਤੇ ਕਤਲੇਆਮ ਸ਼ੁਰੂ ਹੋਈ ਹੈ। ਗੋਲੀਆਂ ਚੱਲਦੀਆਂ ਪਈਆਂ। ਜੁਮਾ ਆਖਰੀ ਦਿਨ ਸੀ ਰੋਜ਼ਿਆਂ ਦਾ, ਅਲਵਿਦਾ ਦਾ ਜੁਮਾ। ਠੀਕ ਹੈ। ਅਸੀਂ ਸੁਬਾਹ ਕੋਈ 10 ਵਜੇ 11 ਵਜੇ ਘਰੋਂ ਨਿਕਲੇ ਹਾਂ। ਚੱਲਦੇ ਕੋਈ ਘੰਟਾ 1.5 ਘੰਟਾ ਪੈਦਲ ਦਾ ਰਸਤਾ ਹੈਗਾ ਸੀ। ਅਸੀਂ ਆਣ ਕੇ ਦੀਵਾਰ ਟੱਪੀ ਹੈ, ਗੱਡਾਂ ਲੱਗੀਆਂ ਸੀ ਵੱਡੀਆਂ ਵੱਡੀਆਂ, ਉਹਨਾਂ ਉੱਤੇ ਮੁਸਲਮਾਨ ਮੁੰਡੇ ਖਲੋਤੇ ਸੀ, ਜਵਾਨ ਬੁੱਢੇ ਜਿਹੜੇ ਸੀ ਨਾ, ਫੜ ਕੇ ਤੋਂ ਦੂਸਰੇ ਪਾਸੇ ਗੱਡੀ ਤਿਆਰ ਸੀ। ਅੱਛਾ। ਟ੍ਰੇਨ ਤਿਆਰ ਸੀ। ਠੀਕ ਹੈ। 3 ਟ੍ਰੇਨਾਂ ਦੀ ਇੱਕ ਟ੍ਰੇਨ ਬਣੀ। ਇੱਕ ਇੰਜਣ ਅੱਗੇ ਲੱਗਾ, ਇੱਕ ਦਰਮਿਆਨ 'ਚ, ਇੱਕ ਪਿੱਛੇ। 1 ਵਜੇ ਗੱਡੀ ਚੱਲੀ ਆ ਉੱਥੋਂ, ਤੇ ਅੱਧੇ ਘੰਟੇ ਦਾ ਰਸਤਾ ਨਹੀਂ ਗਾ ਲਾਹੌਰ ਦਾ। ਅੰਮ੍ਰਿਤਸਰ ਤੋਂ ਲਾਹੌਰ ਦਾ ਅੱਧੇ ਘੰਟੇ ਦਾ ਰਸਤਾ ਨਹੀਂ ਗਾ। ਗੱਡੀ ਰਾਤ ਨੂੰ 7 ਵਜੇ ਲਾਹੌਰ ਤੇ ਆਈ ਹੈ। ਅੱਛਾ। ਜਿੱਥੇ ਦੇਖਦੇ ਸੀ ਮੁਸਲਮਾਨ ਹੈਗੇ ਨੇ, ਪਿੰਡਾਂ 'ਚ ਛੋਟੇ ਪਿੰਡ ਹੈਗੇ ਸੀ, ਜੁਮਾ ਹੋ ਰਿਹਾ ਸੀ। ਜੁਮਾ ਉਹਨਾਂ ਨੂੰ ਕਰਾ ਕੇ ਗੱਡੀ 'ਚ ਬਾਣਾ ਤੇ ਫਿਰ ਲਾਹੌਰ ਸਟੇਸ਼ਨ ਤੇ ਆਈ ਹੈ ਰਾਤ ਦੇ 7 ਵਜੇ। ਤੁਸੀਂ ਖੈਰ ਖਰੀਅਤ ਨਾਲ ਪਹੁੰਚ ਗਏ? ਅਸੀਂ ਖੈਰ ਖਰੀਦ। ਅੱਛਾ। ਮੈਂ ਤਾਂ ਮੇਰੇ ਭੈਣਾ ਭਰਾ ਸੀ, ਬਾਲ ਸਾਹਿਬ ਮੇਰੇ ਉੱਥੇ ਹੀ ਰਹੇ ਸੀ। ਅੱਛਾ। ਉਹ ਭੈਣ ਭਾਈ ਕਿੰਨੇ ਸੀ ਤੁਸੀਂ? ਅਸੀਂ 3 ਭਾਈ ਸਾਂ। ਅੱਛਾ ਜੀ। ਬਾਲ ਬੱਚੇ ਦਾ ਸੀ, ਭਾਈ ਵੀ, ਮੈਂ ਸਭ ਤੋਂ ਛੋਟਾ ਸਾਂ। ਠੀਕ ਹੈ। ਤੇ ਭੈਣਾਂ ਕਿੰਨੀਆਂ ਸੀ ਤੁਹਾਡੀਆਂ? 4 ਭੈਣਾਂ ਸੀ। ਅੱਛਾ, 7 ਤੁਸੀਂ ਭੈਣ ਭਰਾ, ਤੇ ਵਾਲਦ ਸਾਹਿਬ ਨਹੀਂ ਨਾਲ ਤੁਹਾਡੇ? ਨਹੀਂ, ਉਹ ਅੰਮ੍ਰਿਤਸਰ ਦੇ ਲੋਕ। ਅੱਛਾ, ਉਹ ਕਿਉਂ ਨਹੀਂ ਆਏ? ਉਹ ਇਸ ਬਾਰੇ ਕਿ ਸ਼ਾਇਦ ਪਾਕਿਸਤਾਨ ਬਣ ਜਾਵੇ ਤੇ ਮੈਂ ਘਰ ਕੇ ਛੱਡਾਂ ਆਪਣਾ। ਠੀਕ ਹੈ। ਫਿਰ ਕਦੋਂ ਆਏ ਉਹ ਫਿਰ 1 ਮਹੀਨਾ ਬਾਅਦ 'ਚ ਆਏ ਸੀ। ਅੱਛਾ। ਉਹਨਾਂ ਨਾਲ ਰਾਬਤਾ ਕਿੱਦਾਂ ਹੋਇਆ? ਹੁਣ ਤਾਂ ਜਿਹੜੇ ਮੋਬਾਈਲ ਆ ਬੜੇ, ਹੁਣ ਤਾਂ ਮੋਬਾਈਲ ਆ, ਫੋਨ ਆ, ਦੂਸਰੇ ਫੋਨ, ਉਹਨਾਂ ਨਾਲ ਰਾਬਤਾ ਕਿਸ ਤਰ੍ਹਾਂ ਰਿਹਾ ਤੁਹਾਡਾ? ਉਹ ਵਾਲ ਸਾਹਿਬ ਤਾਂ ਪਿਸ਼ਾਬ ਕਰਨ ਗਏ ਨੇ ਛੱਤ ਤੇ ਲੈਟਰਿਨ ਹੈਗੀ ਸੀ, ਤੇ ਦੇਖਦੇ ਪਿੱਛੇ ਗੱਡੀ ਆ ਰਹੀ ਹੈ ਇਨਵਾ ਸਿੱਖਾਂ ਦੀ, ਫੌਜੀਆਂ ਦੀ। ਉਹ ਕਹਿਣਗੇ ਇੱਥੇ ਮੁਸਲਮਾਨ ਹੈਗੇ ਨੇ। ਉਹਨਾਂ ਫਾਇਰਿੰਗ ਸ਼ੁਰੂ ਕਰਤੀ। ਆਪਾਂ ਮੇਰਾ ਬਹਿ ਕੇ ਨਾ ਥੱਲੇ ਆ ਗਿਆ। ਅੱਛਾ। ਥੱਲੇ ਆਇਆ ਤਾਂ ਬਾਹਰੋਂ ਦਰਵਾਜ਼ਾ ਖੜਕਿਆ। ਕਹਿੰਦਾ ਉੱਤੋਂ ਦੇ ਬਚ ਕੇ ਆ ਗਿਆ ਸਾਂ, ਤੇ ਥੱਲੇ ਮੈਂ ਹੁਣ ਕਿਸ ਤਰ੍ਹਾਂ ਬਚਾਂਗਾ, ਮਰੇ ਤੇ ਹੋਈ ਆ। ਚਲੋ ਬੂਹਾ ਖੋਲ ਦਿਓ। ਦਰਵਾਜ਼ਾ ਖੋਲ੍ਹਿਆ, ਬਲੋਚ ਮਿਲਟਰੀ ਮੁਸਲਮਾਨਾਂ ਦੀ। ਉਹਨਾਂ ਕਿਹਾ ਵੀ ਬਾਬਾ ਜੀ ਤੁਸੀਂ ਕੌਣ ਹੋ? ਅਸੀਂ ਮੈਂ ਮੁਸਲਮਾਨ ਹਾਂ। ਕਹਿੰਦਾ ਤੁਹਾਨੂੰ ਜ਼ਿੰਦਗੀ ਦਾ ਮੌਤ ਦਾ ਨਹੀਂ ਪਤਾ, ਚਲੋ ਬਾਹਰ ਨਿਕਲੋ। ਉਸ ਇਲਾਕੇ 'ਚ ਸਾਡੇ ਕੋਈ 12-13 ਮੁਸਲਮਾਨ ਹੈਗੇ ਸੀ। ਸਾਰਿਆਂ ਨੂੰ ਕੱਢ ਕੇ ਤੇ ਕੈਂਪ 'ਚ ਲੈ ਗਏ। ਕੈਂਪ 'ਚ ਲਿਜਾ ਕੇ ਤੇ ਉਹਨਾਂ ਨੇ ਫਿਰ ਤਬਾਦਲਾ ਕੀਤਾ। ਕੁਛ ਇੱਧਰੋਂ ਹਿੰਦੂ ਸਿੱਖ ਗਏ, ਉੱਧਰੋਂ ਫਿਰ ਮੁਸਲਮਾਨ ਆਏ। ਠੀਕ। ਅੱਛਾ। ਤੇ ਇੱਥੇ ਤੁਸੀਂ ਕਿਹੜੀ ਜਗ੍ਹਾ ਤੇ ਆ ਕੇ ਰੁਕੇ? ਫਿਰ ਕਿਹੜੀ ਜਗ੍ਹਾ ਤੇ ਰਹੇ ਤੁਸੀਂ ਇੱਥੇ? ਦਿੱਲੀ ਤੋਂ ਤੇ। ਅੱਛਾ। ਉੱਥੇ ਮੇਰੀ ਮਸ਼ੀਰਾ ਹੈਗੀ ਸੀ, ਉਹਨਾਂ ਵਿੱਚ ਆਣ ਕੇ ਅਸੀਂ ਰਹੇ। ਉਹ ਪਹਿਲੇ ਇੱਥੇ ਵਿਆਹੀ ਹੋਈ ਸੀਗੀ? ਪਹਿਲੇ ਵਿਆਹੀ ਸੀ। ਅੱਛਾ। ਉਹ ਆ ਫੌਤ ਹੋ ਗਈ ਸੀ, ਤੇ ਉਹਦੀ ਰਿਸ਼ਤੇਦਾਰ ਸੀ, ਉਹ ਮੇਰੇ ਭਣਵਈਏ ਦੀ ਭੈਣ ਸੀ। ਅੱਛਾ। ਉਹਨਾਂ ਕੋਲ ਅਸੀਂ ਆਣ ਕੇ ਫਿਰ ਰਹੇ ਹਾਂ। ਉਹਨਾਂ ਨੇ ਸਾਡੇ ਅਸੀਂ ਇੱਕ ਮੰਦਿਰ ਰੱਖਿਆ ਸੀ। ਅੱਛਾ ਜੀ। ਤਾਲਾ ਮਾਰ ਕੇ ਲੁਟਾ। ਅੱਛਾ। ਇਹ ਤਾਹਿਰ ਸਾਹਿਬ ਨਾਲ ਬੈਠੇ ਆ, ਇਹਨਾਂ ਦੇ ਵਾਲਦ ਸਾਹਿਬ ਤੁਹਾਡੇ ਵੱਡੇ ਭਰਾ ਸੀ? ਸਭ ਤੋਂ ਵੱਡੇ। ਅੱਛਾ ਜੀ। ਉਹ ਕੀ ਕਰਦੇ ਸੀ? ਉਹ ਵੀ ਪਰਚੂਨ ਦਾ ਕੰਮ ਕਰਦੇ ਸੀ। ਅੱਛਾ ਜੀ। ਤਾਏ ਮੇਰੀ ਪਰਚੂਨ ਦੀ ਦੁਕਾਨ ਸੀ। ਤਾਇਆ ਮੇਰਾ ਪਹਿਲੇ ਫੌਤ ਹੋ ਗਿਆ ਸੀ। ਅੱਛਾ ਜੀ। ਤੇ ਅੱਬਾ ਮੇਰਾ ਬਾਅਦ ਫੌਤ ਹੋਇਆ। ਠੀਕ ਹੈ। ਜਦੋਂ ਇੱਥੇ ਆਏ ਆ ਕੋਈ 1.5 ਸਾਲ ਦੇ ਬਾਅਦ ਅੱਬੂ ਮੇਰੇ ਫੌਤ ਹੋ ਗਏ ਸੀ। ਠੀਕ ਹੈ।
ਅੱਛਾ, ਇਹ ਤਾਂ ਤੁਸੀਂ ਇਹ ਦੱਸਿਆ ਕਿ ਉੱਥੇ ਤੁਸੀਂ ਬੁੱਕ ਬਾਈਂਡਿੰਗ ਕਰਦੇ ਸੀਗੇ, ਜਿਲਦਾ ਬਣਾਉਂਦੇ ਸੀ। ਤੇ ਇੱਥੇ ਆ ਕੇ ਤੁਸੀਂ ਫਿਰ ਕੀ ਕੀਤਾ? ਉਮਰ ਵੀ ਤੁਹਾਡੀ ਮੇਰਾ ਖਿਆਲ ਫਿਰ ਕੋਈ 10-15 ਸਾਲ ਹੋ ਗਈ ਉਦੋਂ। ਔਰ ਉਹ ਮੇਰੀ 12 ਸਾਲ ਦੀ ਉਮਰ ਸੀ। ਅੱਛਾ, ਜਦੋਂ ਇੱਥੇ ਆਏ? ਇੱਥੇ ਆਏ। ਠੀਕ ਹੈ। ਇੱਥੇ ਫਿਰ ਕੀ ਕੀਤਾ ਹਰ ਤੁਸੀਂ? ਬੁੱਕ ਬੈਂਡਰ ਪਹਿਲੇ ਆਣ ਕੇ ਸੌਦੇ ਵੇਚਦੇ ਰਹੇ ਆ, ਬੱਚਿਆਂ ਦੇ ਗੋਲੀਆਂ ਟੌਫੀਆਂ ਵੇਚੀਆਂ ਕੋਈ ਮਹੀਨਾ 2 ਮਹੀਨੇ, ਫਿਰ ਕੰਮ ਲੱਭਿਆ, ਫਿਰ ਕੰਮ ਤੇ ਪਿਆ ਗਿਆ। ਅੱਛਾ, ਤੁਸੀਂ 3 ਭਾਈ ਸੀਗੇ, ਤੁਹਾਡੀਆਂ 4 ਭੈਣਾਂ ਸੀ, ਅੱਗੇ ਫਿਰ ਤੁਹਾਡੀ ਮਾਸ਼ਾਅੱਲਾ ਔਲਾਦ ਕਿੰਨੀ ਹੋਈ ਹੈ? ਮੇਰੇ ਮਾਸ਼ਾਅੱਲਾ 8 ਬੱਚੀਆਂ ਹੋਈਆਂ, 2 ਬੇਟੇ ਹੋਏ ਨੇ। ਅੱਛਾ, ਤੇ ਬੇਟੇ ਕੀ ਕਰਦੇ ਆ? ਬੇਟਾ ਦਰਜੀ ਦਾ ਕੰਮ ਕਰਦਾ, ਇੱਕੋ ਬੇਟਾ ਹੈ। ਅੱਛਾ ਜੀ, ਇੱਕ ਫੌਜ ਹੋ ਗਿਆ ਸੀ, ਠੀਕ ਹੈ ਇੱਕ ਇਹ ਬੇਟਾ ਬੈਠਾ ਹੈ ਪਰ ਜੀ। ਠੀਕ, ਕੀ ਨਾਂ ਇਹਨਾਂ ਦਾ? ਮੁਹੰਮਦ ਯਾਸੀਨ, ਯਾਸੀਨ। ਉਹ ਪੜਦਾ। ਠੀਕ ਹੈ। ਯਾਸੀਨ ਸਾਹਿਬ, ਤੁਸੀਂ ਕੀ ਕਰਦੇ ਹੋ? टेलर मास्टर, ਕਿਹੜੀ ਜਗ੍ਹਾ ਤੇ? पैरोरामा सेंटर। ਅੱਛਾ, ਪੈਨੋਰਾਮਾ ਸੈਂਟਰ। कैसा कारोबार जा रहा है ਤੁਹਾਡਾ? शुक्र अल्हम्दुलिल्लाह। चलो ठीक। ਤੇ बेटा ਤੁਸੀਂ ਕੀ ਨਾਂ ਤੁਹਾਡਾ? शाहजेब यासीन। अच्छा, आप क्या करते हैं? मैं कॉल सेंटर में जॉब करता हूँ। अच्छा, आप बेटे हैं इनके? जी। आप कितने बहन भाई हैं? हाँ, मैं 2 बहनें, मेरी उम्र भी अकेले ही। अच्छा, आप अकेले ही हैं। बुक बाइंडिंग ਤੁਸੀਂ ਕਿੰਨੀ ਦੇਰ ਤੱਕ ਕਰਦੇ ਰਹੇ? ਉਸ ਤੋਂ ਬਾਅਦ ਫਿਰ ਕੀ ਕੀਤਾ? ਬਸ ਉਹ ਹੁਣ ਤੱਕ ਕਰਦਾ ਰਿਹਾ। ਅੱਛਾ, ਇਹ ਹੁਣ ਕਾਰੋਬਾਰ ਕਿੰਨਾ ਕੁ ਰਹਿ ਗਿਆ ਬੁੱਕ ਬਾਈਂਡਿੰਗ ਵਾਲਾ? ਕਿਉਂਕਿ ਕਿਤਾਬਾਂ ਤਾਂ ਬਹੁਤ ਘੱਟ ਛਪਦੀਆਂ ਅੱਜ ਕੱਲ੍ਹ। ਅੱਜ ਕੱਲ੍ਹ ਤੇ ਕੰਮ ਤਾਂ ਬਹੁਤ ਹੈਗਾ, ਅੱਛਾ ਜੀ, ਕੰਮ ਬਹੁਤ ਹੈ, ਮਗਰ ਹੁਣ ਬੁੱਢਾ ਹੋ ਗਿਆ, ਹੁਣ ਨਹੀਂ ਕੁਛ ਕਰਦਾ। ਠੀਕ ਹੈ। ਮਾਲਕਾਂ ਨੇ ਜਵਾਬ ਦੇ ਦਿੱਤਾ ਕਿ ਤੁਸੀਂ ਬੁੱਢੇ ਹੋ ਗਏ ਹੋ, ਹੁਣ ਤੁਸੀਂ ਕੰਮ ਨਹੀਂ ਕਰ ਸਕਦੇ। ਹਾਲਾਂਕਿ ਤੁਸੀਂ ਕਰ ਸਕਦੇ ਸੀ ਕਰ ਅਜੇ ਵੀ। ਸਕਦੇ ਹੈ, ਅੱਛਾ, ਮਗਰ ਹੁਣ ਤੁਰਿਆ ਨਹੀਂ ਜਾਂਦਾ ਲੱਤਾਂ ਕੋਲੋਂ। ਠੀਕ ਹੈ। ਆ ਪਿੱਛੇ ਮੈਂ ਡਿੱਗਾ, ਕੋਈ 2 ਮਹੀਨੇ ਹੋ ਗਏ ਨੇ, ਮੈਂ ਘਰ ਬੈਠਾ ਹਾਂ। ਅੱਛਾ, ਸੱਟਾਂ ਲੱਗ ਗਈਆਂ, ਕਾਫੀ ਪਸਲੀਆਂ ਸੱਟਾਂ ਲੱਗੀਆਂ। ਫਿਰ ਗਏ ਕੰਮ ਤੇ ਕੋਈ ਮਹੀਨੇ 1.5 ਮਹੀਨੇ ਬਾਅਦ ਫਿਰ ਬੁਖਾਰ ਬੁਰਸ਼ ਚੜ ਗਿਆ। ਮਾਲਕਾਂ ਨੇ ਕਿਹਾ ਹੁਣ ਬਸ ਕਰੋ। ਅੱਛਾ, ਤਾਂ ਪਾਕਿਸਤਾਨ ਦੀ ਸਿਆਸਤ ਵੀ ਤੁਸੀਂ ਦੇਖਦੇ ਰਹੇ ਹੋ, ਕਿਹੜਾ ਤੁਹਾਨੂੰ ਦੌਰ ਅੱਛਾ ਲੱਗਦਾ ਪਾਕਿਸਤਾਨ ਦਾ? ਮਹਿੰਗਾਈ ਜਿਹਦੇ 'ਚ ਘੱਟ ਸੀਗੀ। ਦੌੜ ਤੇ ਅਯੂਬ ਖਾਨ ਦਾ ਅੱਛਾ ਲੱਗਾ ਮੈਨੂੰ। ਅੱਛਾ ਜੀ, ਬਸ ਉਸ ਤੋਂ ਬਾਅਦ ਸਭ ਚੋਰ ਆਏ ਨੇ। ਠੀਕ ਹੈ। ਸਾਫ ਜਿਹੜੀ ਗੱਲ ਹੈ। ਜੀ, ਠੀਕ ਹੈ। ਨਹੀਂ, ਅਯੂਬ ਖਾਨ ਦੇ ਦੌਰ ਤੋਂ ਪਹਿਲੇ ਕੀ ਸੀ? ਅਯੂਬ ਖਾਨ ਦੌਰ ਦੀ ਤੁਹਾਨੂੰ ਕੀ ਅੱਛਾ ਲੱਗਾ? ਅਯੂਬ ਖਾਨ ਦੇ ਦੌਰ 'ਚ ਜਦੋਂ ਅਯੂਬ ਖਾਨ ਆਇਆ, ਇਹਨੇ ਰਾਤੋਂ ਰਾਤ ਘੁੰਮ ਸੰਭਾਲੀ ਆ। ਅੱਛਾ ਜੀ, ਸਵੇਰ ਨੂੰ ਸੌਦਾ ਲੈਣ ਗਏ ਆ, ਜਿਹੜਾ ਇੱਕ ਚੀਜ਼ 10 ਰੁਪਏ ਦੀ ਸੀ, ਉਹ 5 ਰੁਪਏ ਦੀ ਮਿਲੀ। ਠੀਕ ਹੈ। ਕਿ ਇਹ ਕੀ ਗੱਲ ਬਈ ਅਯੂਬ ਖਾਨ ਆ ਗਿਆ, ਮਿਲਟਰੀ ਆ ਗਈ ਹੈ। ਠੀਕ ਹੈ। ਰੋਟੀ ਆਨੇ ਰੋਟੀ ਦਾਲ ਫਰੀ ਹੁੰਦੀ ਸੀ, ਤੇ ਬਾਕੀ ਜਦੋਂ ਦੇ ਆਏ ਨੇ ਹੁਣ 5 ਰੁਪਏ ਦੀ ਰੋਟੀ, 30 ਰੁਪਏ ਦੀ ਰੋਟੀ ਹੋ ਗਈ ਹੈ। ਠੀਕ ਦੱਸੋ ਹੈ। ਇਹ ਦੌਰ ਅੱਛਾ ਕਿ ਉਹ ਦੌਰ ਅੱਛਾ ਸੀ? ਠੀਕ। ਅੱਛਾ, ਤਾਂ ਪਾਕਿਸਤਾਨ ਦੀਆਂ ਜੰਗਾਂ ਵੀ ਲੱਗੀਆਂ, ਤੇ ਕਿਹੜੀ ਜੰਗ ਤੁਹਾਨੂੰ ਨਜ਼ਰ ਆਈ ਕਿ ਜੰਗ ਜਿਹੜੀ ਪਾਕਿਸਤਾਨ ਨੇ ਲੜੀ, ਤਾਂ ਉਹਦੇ ਤੁਸੀਂ ਕੀ ਦੇਖਿਆ? ਉਹਦੇ 'ਚ ਅਯੂਬ ਖਾਨ ਦੀ ਘੁੰਮ 'ਚ ਸੰਨ 65 ਦੀ ਜੰਗ ਲੱਗੀ ਹੈ, ਹਾਂਜੀ, ਬਿਹਤਰੀਨ ਲੱਗੀ ਹੈ। ਠੀਕ। ਉਹਨਾਂ ਨੇ ਜਿੱਤਿਆ, ਕਾਫੀ ਜਗ੍ਹਾ ਜਿੱਤੀ ਹੈ। ਤੁਸੀਂ ਕਿੱਥੇ ਸੀ ਉਹਨਾਂ ਦਿਨਾਂ 'ਚ? ਲਾਹੌਰ 'ਚ। ਅੱਛਾ, ਤੇ ਕੀ ਬੰਬਾਂ ਦੇ ਬਾਰੇ ਕੀ ਤੁਸੀਂ ਜਹਾਜ਼ ਉੱਡਦੇ ਦੇਖਦੇ ਰਹੇ, ਕੀ ਉਹਦੇ ਤੁਸੀਂ ਕੀ ਦੇਖਿਆ? ਜਦੋਂ ਚਾਈਨਾ ਸਾਡੇ ਕੋਲ ਆਇਆ, 2 ਸਾਲ ਉਹਨੇ ਪਨਾਹ ਲਈ ਸਾਡੇ ਕੋਲ, ਅੱਛਾ, ਮੁਸਲਮਾਨਾਂ ਕੋਲੋਂ, ਪਾਕਿਸਤਾਨ ਕੋਲੋਂ ਪਨਾਹ ਲਈ ਉਹਨੇ। ਠੀਕ ਹੈ। ਜਦੋਂ ਆਜ਼ਾਦ ਹੋਇਆ, ਚਾਈਨਾ ਇੱਥੇ 5 ਰੁਪਏ ਦੀ ਟੋਪੀ ਵੇਚਦਾ ਹੁੰਦਾ ਸੀ, ਕੁਲਾਕਾਲੀ। ਠੀਕ ਹੈ। ਤੇ ਉਹਨਾਂ ਨੇ ਮੰਗਿਆ ਨਹੀਂ, ਉਹਨਾਂ ਨੇ ਮਿਹਨਤ ਕੀਤੀ ਹੈ, ਆਪਣਾ ਦੇਸ਼ ਉਹਨਾਂ ਨੇ ਆਜ਼ਾਦ ਕਰਾਇਆ। ਫਿਰ ਗਏ ਨੇ ਚਾਈਨਾ ਨੇ, ਸੰਨ 65 ਦੀ ਜੰਗ ਲੱਗੀ ਹੈ। ਚਾਈਨਾ ਨੇ ਕਿਹਾ ਅਯੂਬ ਸਾਹਿਬ ਘਬਰਾਉਣਾ ਨਹੀਂ, ਅਸਲਾ ਮੇਰਾ ਹੋਏਗਾ, ਫੌਜ ਤੁਹਾਡੀ ਹੋਏਗੀ। ਅੱਛਾ ਜੀ। ਬੜਾ ਅਸਲਾ ਭੇਜਿਆ ਉਹਨੇ, ਫਿਰ ਬੰਨ ਬਣਾਇਆ ਅਯੂਬ ਖਾਨ ਨੇ। ਅਯੂਬ ਖਾਨ ਨੇ ਬੜੇ ਕੰਮ ਕੀਤੇ ਨੇ, ਠੀਕ ਹੈ। ਮਗਰ ਇਹਨਾਂ ਨੇ ਚੋਰਾਂ ਨੇ ਕੀਤਾ। ਅੱਛਾ, ਤੇ ਇੱਕ ਜੰਗ ਅਸੀਂ ਹਾਰ ਵੀ ਗਏ ਆ, ਜਿਹੜਾ ਦੂਸਰਾ ਪਾਕਿਸਤਾਨ ਅਲੱਗ ਹੋ ਗਿਆ, ਉਹ ਅਯੂਬ ਖਾਨ ਹੈਗਾ ਸੀ। ਠੀਕ ਹੈ। ਉਹਦੀ ਘੁੰਮ ਜਾਣ ਕੇ ਨਾ ਸਾਡਾ ਬੰਗਲਾਦੇਸ਼ ਵੀ ਗਿਆ। ਹਾਂਜੀ, 1 ਲੱਖ ਫੌਜ ਸਾਡੀ ਪਾਕਿਸਤਾਨੀ ਗਈ ਸੀ, ਹਾਂਜੀ। ਉਹ ਵੀ ਵਿਚਾਰੀ ਕੁਛ ਮਰ ਗਈ, ਕੋਈ ਸ਼ਹੀਦ ਹੋ ਗਈ, ਕੋਈ ਵਾਪਸ ਆ ਗਏ। ਅੱਛਾ, ਤੁਸੀਂ ਦੱਸਿਆ ਕਿ ਇਮਾਮ ਬਖਸ਼ ਪਹਿਲਵਾਨ ਵੀ ਉੱਥੇ, ਉਹਨਾਂ ਦਾ ਪੂਰਾ ਖਾਨਦਾਨ ਰਹਿੰਦਾ, ਸਾਰੇ ਦੇ ਸਾਰੇ ਇੱਥੇ ਆ ਗਏ, ਉਹਨਾਂ ਨਾਲ ਕੋਈ ਕੁਸ਼ਤੀਆਂ ਵਗੈਰਾ? ਨਾ, ਅਸੀਂ ਨਹੀਂ ਕੁਛ, ਮੈਨੂੰ ਇਸ ਚੀਜ਼ ਦਾ ਕੁਸ਼ਤੀਆਂ ਸ਼ੌਂਕ ਦੇਖੀਆਂ ਹੈ ਕਿ ਨਹੀਂ ਕਦੀ ਉਹਨਾਂ ਨੇ? ਨਾ। ਅੱਛਾ ਜੀ, ਕੁਛ ਨਹੀਂ, ਸਾਨੂੰ ਕੰਮ ਦਾ ਸ਼ੌਂਕ ਹੁੰਦਾ ਸੀ। ਜਵਾਨੀ 'ਚ ਤੁਸੀਂ ਆਪ ਵੀ ਕੋਈ ਪਹਿਲਵਾਨੀ ਵਗੈਰਾ, ਕੋਈ ਕਬੱਡੀ ਸ਼ਬੱਡੀ ਨਹੀਂ ਕੀਤੀ? ਕੋਈ ਨਹੀਂ ਕੀਤੀ। ਤੁਸੀਂ ਆਪਣੀ, ਤੁਹਾਡੇ ਕੋਲ ਲੜਾਈਆਂ ਹੋਈਆਂ ਹੋਣ? ਕੋਈ ਨਾ, ਅਸੀਂ ਮਾੜੇ ਹਾਲ ਵੀ ਅਸੀਂ ਪਤੰਗਬਾਜ਼ੀ ਦਾ ਸ਼ੌਂਕ ਹੈ ਸਾਨੂੰ। ਅੱਛਾ ਜੀ, ਪਤੰਗਬਾਜ਼ੀ ਦਾ ਹੋਰ ਕੋਈ ਸ਼ੌਂਕ ਨਹੀਂ ਸੀ। ਅੱਛਾ, ਪਤੰਗਬਾਜ਼ੀ ਤੇ ਵੀ ਇਹਨਾਂ ਨੇ ਪਾਬੰਦੀ ਲਾ ਦਿੱਤੀ ਹੁਣ? ਹੁਣ ਤਾਂ ਪਾਬੰਦੀ ਲੱਗ ਗਈ ਹੈ। ਠੀਕ ਇੱਥੇ ਲਾਹੌਰ 'ਚ ਹੈਗੀ ਹੈ, ਬਾਹਰ ਨਹੀਂ ਗਈ। ਠੀਕ ਹੈ। ਪਿੰਡ ਤੇ ਦੀ ਪਤੰਗਬਾਜ਼ੀ ਕਿੱਥੇ ਕਰਦੇ ਰਹੇ ਉੱਥੇ? ਅੰਮ੍ਰਿਤਸਰ ਵੀ ਕਰਦੇ ਰਹੇ ਕਿ ਇੱਥੇ ਹੀ ਸਿਰਫ? ਅੰਮ੍ਰਿਤਸਰ ਵੀ, ਪਾਕਿਸਤਾਨ, ਇੱਥੇ ਲਾਹੌਰ 'ਚ ਵੀ ਆਣ ਕੇ ਬੜੀ ਪਤੰਗਬਾਜ਼ੀ ਕੀਤੀ ਅਸੀਂ। ਜੀ। ਸਾਡਾ ਘਰ ਜਿਹੜਾ ਸੀ ਨਾ, ਇਹਦੇ ਉੱਤੇ ਬੜੀ ਪਤੰਗ, ਮੈਂ ਪਿੱਛੇ ਪਿੰਨੀ ਫੜੀ ਹੁੰਦੀ ਉਹਨਾਂ ਦੀ, ਠੀਕ ਤੇ ਇਹ ਉੱਤੇ ਪੇਚ ਕਰਦੇ ਨੇ, ਜਾਂ ਕੋਈ ਵੀ ਕਿ ਨਜ਼ਰ ਆ ਗਿਆ ਬੱਚਾ ਨੂੰ ਨਹੀਂ ਫੜਾ ਕੇ ਉੱਤੇ ਆਪਣਾ। ਛਾਲਮੀ ਜੋ ਮਕਾਨ ਸੀ ਸਾਡਾ ਵੱਡਿਆਂ ਬਜ਼ੁਰਗਾਂ ਦਾ, ਸਭ ਤੋਂ ਉੱਚਾ ਸੀ।
6 ਮੰਜ਼ਿਲਾ ਮਕਾਨ ਸੀ ਤੇ ਉਹ ਮਕਾਨ ਤੋਂ ਦਾਤਾ ਪੀਆ ਹਜਵੇਰੀ ਦਾ ਰੋਜ਼ਾ ਮੁਬਾਰਕ ਵੀ ਨਜ਼ਰ ਆਉਂਦਾ ਸੀ ਤੇ ਪਤੰਗਬਾਜ਼ੀ ਨਾਲ ਬਹੁਤ ਹੋਈ ਸੀ, ਲੇਕਿਨ ਅੱਜ ਕੱਲ੍ਹ ਬੰਦ ਕਰ ਦਿੱਤੀ ਹੈ। ਲੇਕਿਨ ਕਾਰੋਬਾਰ ਬਹੁਤ ਹੈ, ਇਹਨਾਂ ਨਾਲ 1000 ਘਰ ਚੱਲਦੇ ਸੀ, ਲੇਕਿਨ ਜਿਹੜੀਆਂ ਡੋਰਾਂ ਮੋਟੀਆਂ ਨਿਕਲ ਆਈਆਂ ਉਹਨਾਂ ਨੇ ਆਣ ਕੇ ਇਹ ਕਾਰੋਬਾਰ ਖਤਮ ਕਰ ਦਿੱਤਾ। ਅੱਛਾ ਚੌਧਰੀ ਸਾਹਿਬ, ਤੁਸੀਂ ਇਹ ਵੀ ਦੱਸੋ ਕਿ ਇੱਥੇ ਆ ਕੇ ਫਿਰ ਤੁਸੀਂ ਆਪਣੇ ਰਹੇ ਹੋ ਆਪਣੀ ਸਿਸਟਰ ਦੇ ਘਰ, ਉਹਨਾਂ ਦੇ ਘਰ, ਉਸ ਤੋਂ ਬਾਅਦ ਆਪਣਾ ਘਰ ਤੁਸੀਂ ਕਦੋਂ ਬਣਾਇਆ? ਉਸ ਤੋਂ ਬਾਅਦ ਅਸੀਂ 2 ਮਹੀਨੇ ਰਹੇ ਉੱਥੇ ਅੱਛਾ ਜੀ। ਸਿਸਟਰ ਕੋਲ, ਮੁਸ਼ੀਰਾ ਕੋਲ। ਉਸ ਤੋਂ ਬਾਅਦ ਫਿਰ ਇੱਕ ਪੁਲਿਸ ਵਾਲਾ ਸਾਡਾ ਵਾਕਫ ਹੈਗਾ ਸੀ ਅੰਮ੍ਰਿਤਸਰ, ਅੱਛਾ ਜੀ। ਉਹ ਵੀ ਸਾਡੇ ਆਪੇ ਦੇ ਨਾਲ ਆਇਆ ਸੀ। ਉਹਨੇ ਸ਼ਾਲ ਵੀ ਮਕਾਨ ਲਿਆ। ਅੱਛਾ ਜੀ। ਤੇ ਮੁਸ਼ੀਰਾ ਮੇਰੀ ਸੀ, ਇੱਕ ਭਾਈ ਸੀ ਮੇਰਾ ਖਾਦਾ ਜ਼ਾਤਾ, ਉਹਨੇ ਮਕਾਨ ਲਿਆ ਸੀ ਬੱਚੋ ਵਾਲੀ। ਉਹ ਬੱਚੋ ਵਾਲੀ ਆਈ ਹੈ ਭੜੇਵੇਂ ਨੂੰ ਮਿਲਣ ਵਾਸਤੇ, ਤਾਂ ਕੁਛ ਸਿਪਾਹੀ ਵੀ ਉਹਨੂੰ ਮਿਲ ਪਿਆ। ਖਾਦਾ ਜੀ ਤੁਸੀਂ ਕਿੱਥੇ ਚੱਲੇ ਹੋ? ਕਹਿੰਦੀ ਮੈਂ ਆਪਣੇ ਭੜੇਵੇਂ ਵੱਲ ਚੱਲੀ ਹਾਂ। ਤੁਸੀਂ ਮੇਰੇ ਲਾਓ ਹਾਂ, ਪਹਿਲੇ ਮੇਰਾ ਮਕਾਨ ਦੇਖੋ, 5-6 ਮੰਜ਼ਿਲਾ ਮਕਾਨ ਹੈਗਾ ਤੇ ਮੈਂ ਇਕੱਲਾ ਹੀ ਰਹਿਣਾ, ਤੇ ਤੁਸੀਂ ਸਾਰਿਆਂ ਨੂੰ ਲੈ ਆਵੋ। ਅੱਛਾ ਜੀ। ਉਹ ਕਹਿੰਦੀ ਹੈ ਚੱਲ ਮੈਂ ਦੇਖਣੀ ਹੈ। ਉਹ ਫਿਰ ਉਹਦੇ ਨਾਲ ਆਈ, ਘਰ ਦੇਖਿਆ, ਫਿਰ ਆਪਣੇ ਭਣੇਵੇਂ ਕੋਲ ਚਲੀ ਗਈ। ਉੱਧਰੋਂ ਹੋ ਕੇ ਫਿਰ ਉਹਦੇ ਕੋਲ ਆਈ ਸਿਪਾਹੀ ਕੋਲ, ਗੁਲਾਮ ਕਾਦਰ ਅਸੀਂ ਆ ਰਹੇ ਹਾਂ। ਫਿਰ ਸਾਰੇ ਅਸੀਂ ਇਕੱਠੇ ਹੋ ਕੇ ਨਾ ਫਿਰ ਉਹਦੇ ਘਰ ਆ ਗਏ। ਠੀਕ ਹੈ। ਉਸੇ ਫਿਰ ਸਾਰੀ ਉਮਰ ਉੱਥੇ ਹੀ ਰਹੇ। ਫਿਰ ਠੀਕ ਹੈ। ਹਾਲ ਤੱਕ ਵੀ ਹੈ, ਰਹਿ ਰਹੇ ਨੇ। ਉਹੀ ਮੁੱਦਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ।